Hello students, today we will do third poem of 11th class, The Voice of the Rain by Walt Whitman. Before proceeding the poem, I would like to discuss the title. The poet is using the device of personification in this poem. ਮੈਂ ਇਹ ਇਸ ਲਈ ਇੱਥੇ ਕਹਿ ਰਿਹਾ ਹਾਂ ਕਿ ਜੋ ਟਾਈਟਲ ਹੈ ਉਸ ਵਿੱਚ ਵੀ ਉਹਨਾਂ ਨੇ ਇਹੀ ਡਿਵਾਈਸ ਯੂਜ਼ ਕੀਤਾ ਹੈ। ਪਰਸੋਨੀਫਿਕੇਸ਼ਨ ਹੁੰਦਾ ਹੈ ਜਦ ਤੁਸੀਂ ਕਿਸੇ ਨਾਨ ਲਿਵਿੰਗ ਥਿੰਗ ਨੂੰ ਇੱਕ ਹਿਊਮਨ ਕੁਆਲਿਟੀ ਦੇ ਦਿੰਦੇ ਹੋ। ਇੱਥੋਂ ਆਵਾਜ਼ ਜੋ ਹੈ ਉਹ ਬਾਰਿਸ਼ ਦੀ ਆ ਰਹੀ ਹੈ, ਪਰ ਪੋਇਟ ਕਹਿ ਰਹੇ ਹਨ ਕਿ ਬਾਰਿਸ਼ ਕੁਝ ਬੋਲ ਰਹੀ ਹੈ, ਉਸ ਦੀ ਵੌਇਸ ਹੈ। ਉਹ ਬਾਰਿਸ਼ ਨੂੰ ਪਰਸੋਨੀਫਾਈ ਕਰ ਰਹੇ ਹਨ ਅਤੇ ਇਹੀ ਡਿਵਾਈਸ ਆਪਾਂ ਨੂੰ ਪੂਰੀ ਪੋਮ ਵਿੱਚ ਦੇਖਣ ਨੂੰ ਮਿਲੇਗਾ ਕਿ ਇਸ ਪੋਮ ਵਿੱਚ ਬਾਰਿਸ਼ ਪੋਇਟ ਨੂੰ ਕੁਝ ਕਹਿੰਦੀ ਹੈ। ਸੋ ਵਿਦ ਦਿਸ ਲੈਟ ਅਸ ਬਿਗਨ ਦਿਸ ਚੈਪਟਰ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਇਹ ਇਮੇਜ ਇੱਥੇ ਕਿਉਂ ਯੂਜ਼ ਕੀਤੀ ਹੈ। ਜੋ ਤੁਸੀਂ ਇਹ ਇਮੇਜ ਇੱਥੇ ਦੇਖ ਰਹੇ ਹੋ ਕਿ ਮੈਂ ਇੱਥੇ ਕਿਉਂ ਇਹ ਯੂਜ਼ ਕੀਤੀ ਹੈ, ਅਸਲ ਵਿੱਚ ਪੋਮ ਇਸ ਵਿੱਚ ਆਪਣੇ ਵਾਟਰ ਸਾਈਕਲ ਨੂੰ ਹੀ ਦੱਸਦੀ ਹੈ, ਕਿਵੇਂ ਇਸ ਵਾਟਰ ਸਾਈਕਲ ਦੇ ਦੁਆਰਾ ਬਾਰਿਸ਼ ਪੈਂਦੀ ਹੈ ਅਤੇ ਇਹ ਸਾਈਕਲ ਚੱਲਦਾ ਰਹਿੰਦਾ ਹੈ। ਦੈਟਸ ਵਾਈ ਆਈ ਹੈਵ ਯੂਜ਼ ਦਿਸ ਇਮੇਜ ਓਵਰ ਹੇਅਰ। ਬਹੁਤ ਹੀ ਸਿੰਪਲ ਪੋਮ ਹੈ, ਸਿੰਪਲ ਜਿਹੇ ਵਾਟਰ ਸਾਈਕਲ ਨੂੰ ਹੀ ਇੱਥੇ ਕੀ ਹੈ ਪੋਇਟ ਨੇ ਬਹੁਤ ਹੀ ਵਧੀਆ ਵੇ ਵਿੱਚ ਪਰਸੋਨੀਫਾਈ ਕੀਤਾ ਹੈ। ਲੈਟਸ ਸਟਾਰਟ ਦਾ ਪੋਮ। ਐਂਡ who art thou, said I to the soft falling shower। ਇੱਥੇ ਪੋਇਟ ਕੀ ਕਹਿ ਰਿਹਾ ਹੈ ਕਿ ਮੈਂ ਪੁੱਛਿਆ and who art thou। ਆਰਟ ਦਾ ਮੀਨਿੰਗ ਇੱਥੇ ਕੀ ਹੈ? ਇਹ ਇੱਕ ਓਲਡ ਫੈਸ਼ਨਡ ਵਰਡ ਹੈ, ਅੱਜ ਕੱਲ੍ਹ ਇੰਗਲਿਸ਼ ਵਿੱਚ ਇਹ ਯੂਜ਼ ਨਹੀਂ ਹੁੰਦਾ। ਇਸ ਦਾ ਮਤਲਬ ਹੈ ਆਰ। ਐਂਡ ਹੂ ਆਰ ਐਂਡ ਦੋ ਇਜ਼ ਆਲਸੋ ਐਨ ਓਲਡ ਵਰਡ, ਇਸ ਦਾ ਮਤਲਬ ਕੀ ਹੈ ਯੂ। ਐਂਡ ਹੂ ਆਰ ਯੂ said I to the soft falling shower। ਪੋਇਟ ਕਹਿ ਰਿਹਾ ਕਿ ਮੈਂ ਪੁੱਛਿਆ soft falling shower ਨੂੰ, ਜੋ ਕਿ ਹੈ ਹਲਕੇ ਹਲਕੇ ਬਰਸਾਤ ਹੋ ਰਹੀ ਸੀ। ਮੈਂ ਉਸਨੂੰ ਕੀ ਕੁਐਸਚਨ ਕੀਤਾ ਕਿ ਤੂੰ ਕੌਣ ਹੈ। which strange to tell, ਜਿਹੜਾ ਕਿ ਬੜਾ ਹੀ ਅਜੀਬ ਜਿਹਾ ਲੱਗਦਾ ਹੈ ਤੁਹਾਨੂੰ ਦੱਸਣਾ। gave me an answer, ਉਸਨੇ ਮੈਨੂੰ ਇੱਕ ਆਨਸਰ ਦਿੱਤਾ। as here translated, ਜੋ ਕਿ ਹੈ ਇੱਥੇ ਟਰਾਂਸਲੇਟ ਕੀਤਾ ਗਿਆ ਹੈ ਕਿ ਪੋਇਟ ਕਹਿ ਰਿਹਾ ਕਿ ਬਾਰਿਸ਼ ਨੂੰ ਮੈਂ ਪੁੱਛਿਆ ਕਿ ਤੂੰ ਕੌਣ ਹੈ। ਸੌਫਟ ਫਾਲਿੰਗ ਸ਼ਾਵਰ ਨੂੰ, ਜੋ ਹਲਕਾ ਹਲਕਾ ਬਾਰਿਸ਼ ਪੈ ਰਹੀ ਸੀ, ਉਸ ਨੂੰ ਮੈਂ ਕੀ ਪੁੱਛਿਆ ਕਿ ਤੂੰ ਕੀ ਹੈ। ਅਤੇ ਬੜਾ ਹੀ ਮੈਨੂੰ ਅਜੀਬ ਲੱਗ ਰਿਹਾ ਇਹ ਦੱਸਣਾ ਕਿ ਉਸਨੇ ਮੈਨੂੰ ਆਨਸਰ ਦਿੱਤਾ। ਕੀ ਆਨਸਰ ਦਿੱਤਾ? ਐਜ਼ ਹੇਅਰ ਟਰਾਂਸਲੇਟਡ, ਜੋ ਕਿ ਇੱਥੇ ਟਰਾਂਸਲੇਟ ਕੀਤਾ ਗਿਆ ਹੈ, ਜੋ ਮੈਂ ਟਰਾਂਸਲੇਟ ਕੀਤਾ ਹੈ। ਆਈ ਐਮ ਦ ਪੋਮ ਆਫ ਅਰਥ, ਮੈਂ ਧਰਤੀ ਦੀ ਪੋਮ ਹਾਂ। ਸੈਟ ਦਾ ਵੌਇਸ ਆਫ ਦਾ ਰੇਨ, ਜੋ ਰੇਨ ਦੀ ਵੌਇਸ ਸੀ, ਉਸਨੇ ਕੀ ਕਿਹਾ ਕਿ ਮੈਂ ਧਰਤੀ ਦੀ ਪੋਮ ਹਾਂ। ਐਟਰਨਲ ਆਈ ਰਾਈਜ਼ ਇੰਪੈਲਪੇਬਲ ਆਊਟ ਆਫ ਦਾ ਲੈਂਡ ਐਂਡ ਦਾ ਬੋਟਮਲੈਸ ਸੀ ਅਪਵਾਰਡ ਟੂ ਹੈਵਨ whence vaguely formed altogether changed and yet the same। impalpable ਕੀ ਹੁੰਦਾ ਹੈ? something that cannot be touched, ਜਿਸ ਨੂੰ ਅਸੀਂ ਟੱਚ ਨਹੀਂ ਕਰ ਸਕਦੇ, ਕੋਈ ਇਹੋ ਜਿਹੀ ਚੀਜ਼ ਜਿਸ ਨੂੰ ਅਸੀਂ ਛੂਹ ਨਹੀਂ ਸਕਦੇ। eternal ਕੀ ਹੈ? which is last for ever unending, ਜੋ ਕੀ ਹੈ ਨਾ ਖਤਮ ਹੋ ਕੇ ਲਗਾਤਾਰ ਚੱਲਦਾ ਰਹੇ, ਲਗਾਤਾਰ ਚੱਲਦੇ ਰਹਿਣ ਵਾਲੇ ਕਿਸੇ ਪ੍ਰੋਸੀਜਰ ਨੂੰ ਅਸੀਂ ਕੀ ਕਹਿੰਦੇ ਹਾਂ? eternal। ਅਤੇ whence ਦਾ ਕੀ ਮੀਨਿੰਗ ਹੈ ਇੱਥੇ? ਇਟ ਇਜ਼ ਐਨ ਓਲਡ ਫੈਸ਼ਨਡ ਵਰਡ ਵਿਚ ਮੀਨਸ ਫਰੋਮ ਵੇਅਰ, ਜਿੱਥੋਂ। whence ਦਾ ਕੀ ਮੀਨਿੰਗ ਹੈ ਇੱਥੇ? ਫਰੋਮ ਵੇਅਰ। ਅਤੇ ਵੈਗੂਲੀ ਦਾ ਕੀ ਮੀਨਿੰਗ ਹੈ? ਮੀਨ ਸਮਥਿੰਗ ਵਿਚ ਇਜ਼ ਨਾਟ ਕਲੀਅਰ, ਜੋ ਕਿ ਹੈ ਕਲੀਅਰ ਨਾ ਹੋਵੇ, ਉਸ ਨੂੰ ਕੀ ਕਹਿ ਦਿੰਦੇ ਹਾਂ ਅਸੀਂ? ਵੈਗੂਲੀ। ਡਿਫੀਕਲਟ ਵਰਡਸ ਦੇ ਮੀਨਿੰਗ ਮੈਂ ਥੱਲੇ ਦਿੱਤੇ ਹੋਏ ਹਨ, ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ। ਐਟਰਨਲ ਆਈ ਰਾਈਜ਼ ਇੰਪੈਲਪੇਬਲ, ਬਾਰਿਸ਼ ਕੀ ਕਹਿ ਰਹੀ ਹੈ? ਐਟਰਨਲ ਕੀ ਹੈ? ਸਦਾ ਦੇ ਲਈ ਜੋ ਚੱਲਦੀ ਰਹਿੰਦੀ ਆ। ਆਈ ਰਾਈਜ਼ ਇੰਪੈਲਪੇਬਲ ਕੀ ਹੈ? ਵੀ ਮੈਂ ਉੱਠਦੀ ਰਹਿੰਦੀ ਹਾਂ, ਜਿਸ ਨੂੰ ਕੀ ਹੈ ਛੂਹਿਆ ਨਹੀਂ ਜਾ ਸਕਦਾ। ਐਟਰਨਲ ਆਈ ਰਾਈਜ਼, ਮੈਂ ਕੀ ਹੈ ਸਦਾ ਦੇ ਲਈ। ਫੋਰ ਐਵਰ, ਮੈਂ ਅਨਐਂਡਿੰਗ। ਐਟਰਨਲ ਫੋਰ ਐਵਰ ਅਨਐਂਡਿੰਗ। ਆਈ ਰਾਈਜ਼ ਇੰਪੈਲਪੇਬਲ ਕੀ ਹੈ ਕਿ ਮੈਂ ਉੱਪਰ ਨੂੰ ਉੱਠਦੀ ਰਹਿੰਦੀ ਹਾਂ। ਆਊਟ ਆਫ ਦਾ ਲੈਂਡ ਐਂਡ ਦਾ ਬੋਟਮਲੈਸ ਸੀ, ਕਿਸ ਤੋਂ ਉੱਠਦੀ ਰਹਿੰਦੀ ਹਾਂ? ਇਸ ਧਰਤੀ ਉੱਤੋਂ ਅਤੇ ਇਸ ਬੋਟਮਲੈਸ ਸੀ ਤੋਂ, ਜਿਸ ਦਾ ਕੋਈ ਬੋਟਮ ਹੀ ਨਹੀਂ ਹੈ, ਸਮੁੰਦਰ ਤੋਂ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੋ ਹਵਾ ਹੈ, ਪਾਣੀ ਵੈਪੋਰੇਟ ਹੁੰਦਾ ਹੈ, ਉਸ ਸਾਈਕਲ ਨੂੰ ਇੱਥੇ ਦੱਸ ਰਹੇ ਹਨ। ਆਪਾਂ ਦੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਕੀ ਹੁੰਦਾ, ਜੋ ਪਾਣੀ ਦੇ ਸਰੋਤ ਹੁੰਦੇ ਹਨ ਉਹ ਸੁੱਕ ਜਾਂਦੇ ਹਨ। ਇਹ ਕਿਉਂ ਹੁੰਦਾ ਹੈ? ਕਿਉਂਕਿ ਜੋ ਪਾਣੀ ਹੈ ਉਹ ਕੀ ਹੈ
ਇਵੈਪੋਰੇਟ ਹੋ ਕੇ ਉੱਪਰ ਨੂੰ ਆਕਾਸ਼ ਵੱਲ ਨੂੰ ਉੱਡਦਾ ਰਹਿੰਦਾ ਹੈ। ਕਲੀਅਰ, ਲੈਂਡ ਤੋਂ ਅਤੇ ਹੋਰ ਜੋ ਸਮੁੰਦਰ ਵਗੈਰਾ ਹਨ, ਪਾਣੀ ਦੇ ਸਰੋਤ ਜੋ ਹਨ, ਉਹਨਾਂ ਤੋਂ ਕੀ ਹੈ, ਇਵੈਪੋਰੇਟ ਹੋ ਕੇ ਪਾਣੀ ਉੱਪਰ ਨੂੰ ਉੱਡਦਾ ਰਹਿੰਦਾ ਹੈ, ਹਵਾ ਦੇ ਰੂਪ ਵਿੱਚ ਉੱਪਰ ਨੂੰ ਉੱਡਦਾ ਰਹਿੰਦਾ ਹੈ। ਇਸੇ ਲਈ ਉਹ ਕੀ ਕਹਿ ਰਹੀ ਹੈ ਕਿ ਸਦਾ ਹੀ ਮੇਰਾ ਇਹੀ ਸਾਈਕਲ ਚੱਲਦਾ ਰਹਿੰਦਾ ਹੈ, ਮੈਨੂੰ ਕੋਈ ਦੇਖ ਨਹੀਂ ਸਕਦਾ, ਛੂਹ ਨਹੀਂ ਸਕਦਾ ਅਤੇ ਮੈਂ ਉੱਪਰ ਨੂੰ ਉੱਡਦੀ ਰਹਿੰਦੀ ਹਾਂ। ਅਪਵਰਡ ਟੂ ਹੈਵਨ, ਅਪਵਰਡ ਕੀ ਹੈ, ਉੱਪਰ ਵੱਲ, ਸਵਰਗ ਵੱਲ ਜਾਂਦੀ ਰਹਿੰਦੀ ਹਾਂ, ਉੱਪਰ ਵੱਲ ਜਾਂਦੀ ਰਹਿੰਦੀ ਹਾਂ। ਵੈਂਸ, ਵੈਂਸ ਕੀ ਹੈ, ਫਰੋਮ ਵੇਅਰ। ਵੈਗੂਲੀ, ਫਾਰਮਡ ਆਲ ਟੂਗੈਦਰ ਚੇਂਜ, ਅਤੇ ਮੈਂ ਕਿਹੋ ਜਿਹੀ ਆਪਣੀ ਫਾਰਮ ਬਣਾ ਲੈਂਦੀ ਹਾਂ, ਆਪਣੀ ਸ਼ਕਲ ਕਿਹੋ ਜਿਹੀ ਬਣਾ ਲੈਂਦੀ ਹਾਂ, ਵੈਗੂਲੀ, ਜੋ ਕੀ ਹੈ ਅਨਕਲੀਅਰ ਜਿਹੀ ਹੋਵੇ, ਜੋ ਕਲੀਅਰ ਨਾ ਹੋਵੇ। ਆਲ ਟੂਗੈਦਰ ਚੇਂਜ, ਬਿਲਕੁਲ ਮੈਂ ਚੇਂਜ ਹੋ ਜਾਂਦੀ ਹਾਂ। ਐਂਡ ਜੈਟ ਦਾ ਸੇਮ, ਅਤੇ ਰਹਿੰਦੀ ਮੈਂ ਉਹੀ ਹਾਂ। ਵੈਗੂਲੀ ਫਾਰਮਡ ਕਿਸ ਚੀਜ਼ ਨੂੰ ਕਿਹਾ ਗਿਆ, ਬੱਦਲਾਂ ਨੂੰ ਕਿਹਾ ਗਿਆ ਹੈ। ਇਹ ਜੋ ਹਵਾ ਥੱਲਿਓਂ ਉੱਪਰ ਨੂੰ ਉੱਡ ਕੇ ਜਾਂਦੀ ਹੈ ਨਾ, ਉੱਪਰ ਜਾ ਕੇ ਉਸਦੇ ਕੀ ਬਣ ਜਾਂਦੇ ਹਨ, ਬੱਦਲ ਬਣ ਜਾਂਦੇ ਹਨ। ਕਲੀਅਰ, ਆਲ ਟੂਗੈਦਰ ਚੇਂਜ ਉਹ ਕਹਿ ਰਹੀ ਹੈ ਨਾ ਕਿ ਮੈਂ ਬਿਲਕੁਲ ਚੇਂਜ ਹੋ ਜਾਂਦੀ ਹਾਂ। ਫਿਰ ਉਸਦਾ ਉਹ ਰੂਪ ਨਹੀਂ ਰਹਿੰਦਾ, ਹਵਾ ਵਾਲਾ ਰੂਪ ਨਹੀਂ ਰਹਿੰਦਾ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ। ਉੱਪਰ ਜਾ ਕੇ ਉਹ ਕੀ ਹੋ ਜਾਂਦੀ ਹੈ, ਬੱਦਲਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਐਂਡ ਜੈਟ ਦਾ ਸੇਮ, ਅਤੇ ਮੈਂ ਰਹਿੰਦੀ ਉਹੀ ਹਾਂ। ਕੀ ਰਹਿੰਦੀ ਹਾਂ, ਮੀਨਿੰਗ ਮੇਰਾ ਬੇਸ ਉਹੀ ਹੈ ਕਿ ਮੈਂ ਪਾਣੀ ਹੀ ਹਾਂ ਅਸਲ ਵਿੱਚ, ਪਰ ਮੈਂ ਉੱਪਰ ਜਾ ਕੇ ਬੱਦਲਾਂ ਦਾ ਰੂਪ ਅਪਣਾ ਲੈਂਦੀ ਹਾਂ। I descend to lave the droughts atoms, dust layers of the globe, and all that in them without me were seeds only, latent, unborn. I descend, descend ਕੀ ਹੁੰਦਾ ਹੈ, ਹੇਠਾਂ ਵੱਲ ਨੂੰ ਆਉਣਾ। ਕੀ ਕਹਿ ਰਹੀ ਹੈ ਕਿ ਮੈਂ ਹੇਠਾਂ ਵੱਲ ਨੂੰ ਆਉਣੀ ਆ। ਟੂ ਲੇਵ, ਟੂ ਲੇਵ ਕੀ ਹੁੰਦਾ ਹੈ, ਵਾਸ਼ ਕਰਨਾ। ਲੇਵ ਲਿਖਿਆ ਥੱਲੇ, ਮੈਂ ਇਸਦੇ ਜੋ ਡਿਫੀਕਲਟ ਵਰਡ ਜੋ ਵੀ ਦਿੱਤੇ ਹਨ ਉਹਨਾਂ ਦਾ ਮੀਨਿੰਗ ਥੱਲੇ ਦਿੱਤਾ ਹੋਇਆ। ਲੇਵ ਕੀ ਹੈ, ਟੂ ਵਾਸ਼। ਡਰਾਊਟਸ ਕੀ ਹੁੰਦਾ ਹੈ, ਜੋ ਸੋਕਾ ਪੈ ਜਾਂਦਾ ਹੈ, ਬਾਰਿਸ਼ ਨਹੀਂ ਹੁੰਦੀ ਜਦ, ਤਾਂ ਜਿਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਉਸਨੂੰ ਡਰਾਊਟ ਕਹਿੰਦੇ ਆ, ਪਲੇਸ ਵਿਦਆਊਟ ਵਾਟਰ। ਐਟਮਸ ਕੀ ਹੁੰਦੇ ਆ, ਇਹ ਜੋ ਛੋਟੇ ਛੋਟੇ ਪਾਰਟੀਕਲਸ ਹੁੰਦੇ ਆ, ਟਾਈਨੀ ਪਾਰਟੀਕਲਸ ਆਫ ਐਵਰੀਥਿੰਗ, ਜੋ ਹਵਾ ਦੇ ਵਿੱਚ ਮਿਲੇ ਹੋਏ ਹੁੰਦੇ ਆ, ਧੂੜ ਦੇ ਕਣ ਵਗੈਰਾ, ਉਹਨਾਂ ਨੂੰ ਐਟਮਸ ਕਹਿ ਦਿੰਦੇ ਆ। ਡਸਟ ਲੇਅਰ ਆਫ ਦਾ ਗਲੋਬ, ਕੀ ਕਹਿੰਦੀ ਹੈ ਇੱਥੇ ਹਵਾ, ਕੀ ਕਹਿ ਰਹੀ ਹੈ, ਬਰਸਾਤ ਕੀ ਕਹਿ ਰਹੀ ਹੈ, ਡਿਸੈਂਡ, ਮੈਂ ਹੌਲੀ ਹੌਲੀ ਹੇਠਾਂ ਵੱਲ ਨੂੰ ਆਉਂਦੀ ਹਾਂ। ਫਿਰ ਜਦ ਉੱਪਰ ਜਾ ਕੇ ਉਹ ਬੱਦਲ ਬਣ ਜਾਂਦੇ ਆ ਨਾ, ਤਾਂ ਇਹ ਸਾਇੰਸ ਦੇ ਵਿੱਚ ਤੁਸੀਂ ਪੜ੍ਹਿਆ ਹੋਵੇਗਾ ਕਿ ਥੱਲਿਓਂ ਭਾਫ ਦੇ ਰੂਪ ਵਿੱਚ ਪਾਣੀ ਉੱਪਰ ਨੂੰ ਜਾਂਦਾ ਹੈ। ਉੱਪਰ ਜਦ ਕਿਸੇ ਬਹੁਤ ਹੀ ਠੰਡੇ ਇਲਾਕੇ ਵਿੱਚ ਪਹੁੰਚ ਜਾਂਦਾ ਹੈ ਉਹ, ਤਾਂ ਉਸ ਵਿੱਚ ਕੀ ਹੈ, ਸੰਘਣਨ ਕਿਰਿਆ ਹੁੰਦੀ ਹੈ, ਅਤੇ ਉਹ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਕਲੀਅਰ, ਮੈਂ ਕੀ ਕਹਿੰਦੀ ਹੈ, ਹਵਾ ਹੇਠਾਂ ਵੱਲ ਨੂੰ ਆਉਣੀ ਆ। ਟੂ ਲੇਵ, ਧੋਣ ਦੇ ਲਈ। ਦਾ ਡਰਾਊਟਸ, ਜੋ ਵੀ ਸੁੱਕੀਆਂ ਥਾਵਾਂ ਹੁੰਦੀਆਂ ਹਨ ਉਹਨਾਂ ਨੂੰ ਮੈਂ ਕੀ ਹੈ, ਬਿਲਕੁਲ ਧੋ ਦਿੰਨੀ ਆ। ਜਦ ਬਰਸਾਤ ਪੈਂਦੀ ਹੈ ਤਾਂ ਕੀ ਹੋ ਜਾਂਦੀਆਂ, ਉਹ ਬਿਲਕੁਲ ਜਿੱਥੇ ਸੋਕਾ ਪਿਆ ਹੁੰਦਾ ਉਹ ਕੀ ਹੈ, ਧੋਤੀਆਂ ਜਾਂਦੀਆਂ। ਕਿਸ ਚੀਜ਼ ਨੂੰ ਹੋਰ ਧੋ ਦਿੰਨੀ ਆ, ਐਟਮਸ, ਜੋ ਕਿ ਧੂੜ ਦੇ ਕਣ ਵਗੈਰਾ ਹਨ ਹਵਾ ਦੇ ਵਿੱਚ, ਉਹਨਾਂ ਨੂੰ ਧੋ ਦਿੰਨੀ ਆ। ਡਸਟ ਲੇਅਰਸ ਆਫ ਦਾ ਗਲੋਬ, ਧਰਤੀ ਦੇ ਉੱਪਰ ਜਿੰਨੀਆਂ ਵੀ ਡਸਟ ਲੇਅਰਸ ਹਨ, ਧੂੜ ਦੀਆਂ ਤਹਿਾਂ ਜੰਮੀਆਂ ਹੋਈਆਂ ਹਨ, ਚਾਹੇ ਉਹ ਵਾਤਾਵਰਨ ਵਿੱਚ ਦਰਖਤਾਂ ਉੱਪਰ ਹਨ ਜਾਂ ਬਿਲਡਿੰਗਸ ਉੱਪਰ ਹਨ, ਕਿਤੇ ਵੀ ਹਨ। ਕੀ ਕਹਿ ਰਹੀ ਹੈ ਹਵਾ, ਕਿ ਬਰਸਾਤ ਕੀ ਕਹਿ ਰਹੀ ਹੈ, ਮੈਂ ਉਹਨਾਂ ਨੂੰ ਧੋ ਦਿੰਨੀ ਹਾਂ। ਐਂਡ ਆਲ ਦੈਟ ਇਨ ਦੈਮ ਵਿਦਆਊਟ ਮੀ, ਅਤੇ ਜੋ ਡਸਟ ਲੇਅਰਸ ਦੇ ਵਿੱਚ, ਜ਼ਮੀਨ ਦੇ ਵਿੱਚ ਕੀ ਹੁੰਦਾ ਹੈ, ਐਂਡ ਆਲ ਦੈਟ ਇਨ ਦੈਮ, ਉਸੇ ਡਸਟ ਦੇ ਵਿੱਚ, ਥੱਲੇ ਜ਼ਮੀਨ ਦੇ ਵਿੱਚ, ਵਿਦਆਊਟ ਮੀ ਵਰ ਸੀਡਸ ਓਨਲੀ, ਮੇਰੇ ਤੋਂ ਬਿਨਾਂ ਜੋ ਪਏ ਸਨ ਉਹ ਕੀ ਹੈ, ਸੀਡਸ ਹੀ ਸਨ। ਉਸ ਤੋਂ ਪਹਿਲਾਂ ਜਦ ਤੱਕ ਮੈਂ ਥੱਲੇ ਨਹੀਂ ਆਈ ਸੀ ਨਾ, ਬਰਸਾਤ ਕਹਿ ਰਹੀ ਹੈ ਜਦ ਤੱਕ ਮੈਂ ਨਹੀਂ ਪਈ ਸੀ ਉਸ ਧੂੜ ਦੇ ਉੱਤੇ, ਉਸ ਮਿੱਟੀ ਦੇ ਉੱਤੇ, ਬਿਲਡਿੰਗਸ ਤੋਂ ਅਤੇ ਦਰਖਤਾਂ ਉੱਤੋਂ ਤਾਂ ਧੂੜ ਸਾਫ਼ ਕਰ ਹੀ ਦਿੱਤੀ ਮੈਂ, ਜੋ ਥੱਲੇ ਵੀ ਜ਼ਮੀਨ ਦੇ ਵਿੱਚ ਜੋ ਸੀਡਸ ਦੱਬੇ ਹੋਏ ਸਨ, ਜਦ ਤੱਕ ਮੈਂ ਉਹਨਾਂ ਦੇ ਉੱਤੇ ਨਹੀਂ ਪਈ ਤਾਂ ਤਦ ਤੱਕ ਉਹ ਕੀ ਸਨ, ਕੇਵਲ ਸੀਡਸ ਹੀ ਸਨ। ਲੇਟੈਂਟ, ਲੇਟੈਂਟ ਕੀ ਹੁੰਦਾ, ਹਿਡਨ, ਛੁਪੇ ਹੋਏ ਸਨ। ਅਨਬੋਰਨ ਸਨ, ਜਿਨ੍ਹਾਂ ਦਾ ਹਾਲੇ ਜਨਮ ਨਹੀਂ ਹੋਇਆ ਸੀ। ਅਸੀਂ ਦੇਖਦੇ ਹਾਂ ਕਿ ਜਦ ਬਰਸਾਤ ਪੈਂਦੀ ਹੈ ਤਾਂ ਜੋ ਧਰਤੀ ਦੇ ਵਿੱਚ ਛੋਟੇ ਛੋਟੇ ਬੀਜ ਦੱਬੇ ਹੋਏ ਹੁੰਦੇ ਹਨ ਉਹ ਕੀ ਹੈ, ਪੁੰਗਰਨੇ ਸ਼ੁਰੂ ਹੋ ਜਾਂਦੇ ਹਨ। ਤਾਂ ਕੀ ਕਹਿ ਰਹੀ ਹੈ ਹਵਾ, ਕਿ ਮੈਂ ਸੁੱਕੀਆਂ ਥਾਵਾਂ ਨੂੰ ਧੋ ਦਿੰਨੀ ਆ, ਡਸਟ ਨੂੰ ਸਾਫ਼ ਕਰ ਦਿੰਨੀ ਆ, ਤੇ ਜੋ ਬੀਜ ਦੱਬੇ ਹੋਏ ਹੁੰਦੇ ਹਨ ਜ਼ਮੀਨ ਦੇ ਵਿੱਚ ਉਹ ਵੀ ਕੀ ਹੈ, ਦੁਬਾਰਾ ਬੋਰਨ ਹੋ ਜਾਂਦੇ ਹਨ। ਐਂਡ ਫੋਰ ਐਵਰ ਬਾਈ ਡੇ ਐਂਡ ਨਾਈਟ, ਅਤੇ ਸਦਾ ਦੇ ਲਈ ਦਿਨ ਰਾਤ, ਆਈ ਗਿਵ ਬੈਕ ਲਾਈਫ ਟੂ ਮਾਈ ਓਨ ਓਰੀਜਨ। ਕੀ ਕਹਿ ਰਹੀ ਹੈ ਬਰਸਾਤ, ਕਿ ਇਹ ਜੋ ਸਾਈਕਲ ਹੈ ਮੇਰਾ, ਕਲੀਅਰ, ਇੱਥੇ ਵਾਟਰ ਸਾਈਕਲ ਦੀ ਤਸਵੀਰ ਮੈਂ ਦਿੱਤੀ ਹੋਈ ਹੈ ਕਿ ਪਹਿਲਾਂ ਕੀ ਹੈ, ਜੋ ਸਮੁੰਦਰ ਹਨ ਜਾਂ ਵਾਟਰ ਬੋਡੀਜ਼ ਹਨ, ਜਿਵੇਂ ਕਿ ਮੈਂ ਹੁਣੇ ਤੁਹਾਨੂੰ ਦੱਸਿਆ
ਕਿ ਉੱਥੋਂ ਪਾਣੀ ਦੇ ਕਣ ਹਨ ਉੱਪਰ ਨੂੰ ਚਲੇ ਜਾਂਦੇ ਹਨ, ਉੱਪਰ ਜਾ ਕੇ ਕੀ ਹੈ ਉਹ ਬੱਦਲਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਬਰਸਾਤ ਦੇ ਰੂਪ ਵਿੱਚ ਫੇਰ ਥੱਲੇ ਆਉਂਦੇ ਹਨ। ਸਾਡੀ ਬਨਸਪਤੀ ਨੂੰ, ਬਿਲਡਿੰਗਸ ਨੂੰ, ਹੋਰ ਜੋ ਵੀ ਧਰਤੀ ਦੇ ਉੱਪਰ ਹੈ ਉਸ ਨੂੰ ਸਭ ਨੂੰ ਕੀ ਹੈ ਸ਼ੁੱਧ ਕਰ ਦਿੰਦੇ ਹਨ, ਸਾਫ਼ ਕਰ ਦਿੰਦੇ ਹਨ। ਤਾਂ ਕੀ ਕਹਿ ਰਹੀ ਹੈ, ਐਂਡ ਫॉर एवर ਬਾਈ ਡੇ ਐਂਡ ਨਾਈਟ ਆਈ ਗਿਵ ਬੈਕ ਲਾਈਫ ਟੂ ਮਾਈ ਓਨ ਓਰੀਜਨ। ਮਾਈ ਓਨ ਓਰੀਜਨ ਕਿਉਂ ਕਿਹਾ ਗਿਆ? ਕਿਉਂਕਿ ਇਹੀ ਉਸਦਾ ਓਰੀਜਨ ਸੀ, ਇਸ ਧਰਤੀ ਦੇ ਉੱਤੋਂ ਹੀ ਉਹ ਗਈ ਸੀ, ਇਹੀ ਉਸਦੀ ਓਰੀਜਨ ਦੀ ਜਗ੍ਹਾ ਸੀ ਜਿੱਥੋਂ ਉਹ ਪੈਦਾ ਹੋਈ। ਮੈਂ ਦਿਨ ਰਾਤ ਮੈਂ ਇਹੀ ਸਾਈਕਲ ਚਲਾਉਂਦੀ ਰਹਿੰਦੀ ਹਾਂ ਅਤੇ ਆਪਣੇ ਹੀ ਓਰੀਜਨ ਨੂੰ ਲਾਈਫ ਦਿੰਦੀ ਰਹਿੰਦੀ ਹਾਂ। ਜਿਵੇਂ ਹੁਣੇ ਆਪਾਂ ਗੱਲ ਕੀਤੀ ਕਿ ਜੋ ਬੀਜ ਦੱਬੇ ਹੋਏ ਸਨ ਉਹ ਪੁੰਗਰ ਪੈਂਦੇ ਹਨ, ਕਿਉਂਕਿ ਜੇ ਬਰਸਾਤ ਪੈਂਦੀ ਹੈ ਤਾਂ ਹੀ ਕੀ ਹੈ ਧਰਤੀ ਦੇ ਉੱਪਰ ਲਾਈਫ ਚੱਲਦੀ ਰਹਿੰਦੀ ਹੈ। ਐਂਡ ਮੇਕ ਪਿਓਰ ਐਂਡ ਬਿਊਟੀਫਾਈਡ, ਅਤੇ ਇਸ ਨੂੰ ਕੀ ਹੈ ਪਿਓਰ ਕਰਦੇ, ਸ਼ੁੱਧ ਕਰਦੀ ਰਹਿੰਦੀ ਹਾਂ ਅਤੇ ਸੁੰਦਰ ਬਣਾਉਂਦੀ ਰਹਿੰਦੀ ਹਾਂ। For song issuing from its birthplace after fulfillment, wandering, wrecked or unwrecked, duly with love returns। ਹੁਣ ਉਹ ਆਪਣੇ ਆਪ ਦੀ ਤੁਲਨਾ ਕਿਸ ਨਾਲ ਕਰਦੀ ਹੈ? ਇੱਕ ਸੌਂਗ ਦੇ ਨਾਲ ਕਰ ਰਹੀ ਹੈ। ਜੋ ਇੱਕ ਗਾਇਕ ਹੈ, ਇੱਕ ਸੌਂਗ ਗਾਉਂਦਾ ਹੈ, issuing from its birthplace means ਉਸਦੇ ਗਲੇ ਦੇ ਵਿੱਚੋਂ ਉਹ ਪੈਦਾ ਹੁੰਦਾ ਹੈ। after fulfillment, wandering, ਪੂਰਾ ਹੋਣ ਤੋਂ ਬਾਅਦ ਉਹ ਕੀ ਹੈ ਘੁੰਮਦਾ ਰਹਿੰਦਾ ਹੈ, ਇੱਧਰ ਉੱਧਰ ਲੋਕ ਉਸ ਨੂੰ ਸੁਣਦੇ ਹਨ। ਰੈਕਟ ਔਰ ਅਨਰੈਕਟ, ਕੋਈ ਉਸ ਨੂੰ ਪਸੰਦ ਕਰਦਾ ਹੈ, ਕੋਈ ਪਸੰਦ ਨਹੀਂ ਕਰਦਾ। ਡਿਊਲੀ ਵਿਦ ਲਵ ਰਿਟਰਨਸ, ਅਤੇ ਪਿਆਰ ਸਹਿਤ ਮੈਂ ਦੁਬਾਰਾ ਉਸਦੇ ਕੋਲ ਵਾਪਸ ਆ ਜਾਂਦੀ ਹਾਂ। ਇੱਥੇ ਮੈਂ ਇੱਕ ਸਾਈਕਲ ਵੀ ਦਿੱਤਾ ਹੋਇਆ ਹੈ ਕਿ ਕਿਸ ਤਰ੍ਹਾਂ ਜੋ ਇੱਕ ਗਾਇਕ ਹੈ ਉਹ ਗੀਤ ਨੂੰ ਗਾਉਂਦਾ ਹੈ, ਕੰਪੋਜ਼ ਕਰਦਾ ਹੈ, ਲੋਕ ਉਸ ਨੂੰ ਪਸੰਦ ਕਰਦੇ ਹਨ, ਅਲੱਗ-ਅਲੱਗ ਥਾਵਾਂ 'ਤੇ ਸੁਣਿਆ ਜਾਂਦਾ ਹੈ, ਅਤੇ ਇੱਕ ਰਿਵਾਰਡ ਦੇ ਤੌਰ 'ਤੇ ਕੀ ਹੈ ਇੱਕ ਗਾਇਕ ਦਾ ਉਹੀ ਰਿਵਾਰਡ ਹੁੰਦਾ ਹੈ ਕਿ ਉਸਦੇ ਗੀਤ ਨੂੰ ਲੋਕਾਂ ਨੇ ਪਸੰਦ ਕੀਤਾ, ਉਹੀ ਉਸਦਾ ਇੱਕ ਪ੍ਰਾਈਜ਼ ਹੁੰਦਾ ਹੈ। ਅਤੇ ਇਸੇ ਤਰ੍ਹਾਂ ਹੀ ਕੀ ਹੈ ਬਰਸਾਤ ਕਹਿ ਰਹੀ ਹੈ ਕਿ ਕੋਈ ਮੈਨੂੰ ਪਸੰਦ ਕਰਦਾ ਹੈ, ਕੋਈ ਨਹੀਂ ਕਰਦਾ ਹੈ, ਪਰ ਮੈਂ ਇਸੇ ਤਰ੍ਹਾਂ ਹੀ ਆਉਂਦੀ ਰਹਿੰਦੀ ਹਾਂ, ਜਾਂਦੀ ਰਹਿੰਦੀ ਹਾਂ ਅਤੇ ਘੁੰਮਦੀ ਰਹਿੰਦੀ ਹਾਂ, ਇਸ ਧਰਤੀ ਨੂੰ ਜੀਵਨ ਦਿੰਦੀ ਰਹਿੰਦੀ ਹਾਂ। ਕਲੀਅਰ? ਅਤੇ ਮੈਨੂੰ ਕੀ ਪ੍ਰਾਈਜ਼ ਮਿਲਦਾ ਹੈ ਕਿ ਜੋ ਇਹ ਬਨਸਪਤੀ ਹੈ ਉਹ ਕੀ ਹੈ ਬਿਲਕੁਲ ਸਾਫ਼ ਹੋ ਜਾਂਦੀ ਹੈ, ਇਹੀ ਮੇਰਾ ਪ੍ਰਾਈਜ਼ ਹੈ। ਜਿਸ ਤਰ੍ਹਾਂ ਇੱਕ ਗਾਇਕ ਦਾ ਪ੍ਰਾਈਜ਼ ਕੀ ਹੈ, ਲੋਕ ਉਸਦੇ ਗੀਤ ਨੂੰ ਪਸੰਦ ਕਰਦੇ ਹਨ, ਅਤੇ ਮੇਰਾ ਪ੍ਰਾਈਜ਼ ਕੀ ਹੈ, ਮੇਰਾ ਰਿਵਾਰਡ ਕੀ ਹੈ ਕਿ ਜੋ ਮੈਂ ਇਸ ਬਨਸਪਤੀ ਨੂੰ ਬਹੁਤ ਸਾਫ਼ ਕਰ ਦਿੰਦੀ ਹਾਂ। ਇਹ ਸਾਈਕਲ ਇਸੇ ਤਰ੍ਹਾਂ ਮੈਂ ਚਲਾਉਂਦੀ ਰਹਿੰਦੀ ਹਾਂ। ਇਸੇ ਤਰ੍ਹਾਂ ਹੀ ਮੈਨੂੰ ਕੀ ਹੈ ਇਸ ਬਨਸਪਤੀ ਦਾ, ਇਸ ਧਰਤੀ ਦਾ ਪਿਆਰ ਮੈਨੂੰ ਮਿਲਦਾ ਹੈ। ਇਹੀ ਗੱਲ ਪੋਇਟ ਨੇ ਇਸ ਵਿੱਚ ਕੀਤੀ ਹੈ। ਆਪਣੇ ਬਾਰਿਸ਼ ਨੂੰ ਕਿਸ ਨਾਲ ਉਸਨੇ ਕੰਪੇਅਰ ਕੀਤਾ ਹੈ? ਇੱਕ ਪੋਇਟ ਦੇ ਸੌਂਗ ਦੇ ਨਾਲ ਕੰਪੇਅਰ ਕੀਤਾ ਹੈ। Okay students, after that we will discuss some poetic devices that have been used in this poem. ਜਿਵੇਂ ਕਿ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਸੀ ਕਿ ਪਰਸੋਨੀਫਿਕੇਸ਼ਨ ਇਸ ਵਿੱਚ ਪੂਰੀ ਪੋਮ ਵਿੱਚ ਹੀ ਯੂਜ਼ ਕੀਤਾ ਗਿਆ ਹੈ। ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਲਾਈਨ 3rd ਵਿੱਚ ਬਾਰਿਸ਼ ਆਪਣੇ ਆਪ ਨੂੰ ਕਹਿ ਰਹੀ ਹੈ, ਕੀ ਕਹਿ ਰਹੀ ਹੈ? ਆਈ ਐਮ ਦਾ ਪੋਮ ਆਫ ਅਰਥ, ਸੈਟ ਦਾ ਵੌਇਸ ਆਫ ਦਾ ਰੇਨ। ਹੁਣ ਇਹ ਵੇਖੋ, ਆਈ ਐਮ ਪੋਮ ਆਫ ਦਾ ਅਰਥ, ਪੋਮ ਰੇਨ ਹੈਜ਼, ਇਸ ਕੀ ਹੈ ਵੀ ਰੇਨ ਹੈਜ਼ ਬੀਨ ਪਰਸੋਨੀਫਾਈਡ, ਇਸ ਵਿੱਚ ਕੀ ਹੈ ਰੇਨ ਪਰਸੋਨੀਫਾਈ ਕੀਤੀ ਗਈ ਹੈ। ਆਪਣੇ ਆਪ ਨੂੰ ਕੀ ਹੈ ਉਸਨੇ, ਬਾਰਿਸ਼ ਆਪਣੇ ਆਪ ਨੂੰ ਆਈ ਕਹਿ ਰਹੀ ਹੈ। ਆਈ ਐਮ ਦਾ ਪੋਮ ਆਫ ਅਰਥ, ਬਾਰਿਸ਼ ਆਪਣੇ ਆਪ ਨੂੰ ਕੀ ਹੈ ਆਈ ਕਹਿ ਰਹੀ ਹੈ। ਕਲੀਅਰ? ਤਾਂ ਇਸ ਵਿੱਚ ਕੀ ਹੈ ਜੋ ਰੇਨ ਹੈ ਉਸ ਨੂੰ ਪਰਸੋਨੀਫਾਈਡ ਕੀਤਾ ਗਿਆ ਹੈ। ਉਸ ਤੋਂ ਅੱਗੇ ਜੇਕਰ ਆਪਾਂ ਇਹ ਦੇਖੀਏ ਫਸਟ ਪੈਸੇਜ ਵਿੱਚ ਤੁਸੀਂ ਕੀ ਦੇਖ ਰਹੇ ਹੋ? ਸੌਫਟ ਫਾਲਿੰਗ ਸ਼ਾਵਰ, ਕੀ ਲਿਖਿਆ ਹੋਇਆ ਹੈ? ਸੌਫਟ ਫਾਲਿੰਗ ਸ਼ਾਵਰ ਲਿਖਿਆ ਹੋਇਆ ਹੈ। ਇੱਥੇ ਕੀ ਹੈ ਪੋਇਟਿਕ ਡਿਵਾਈਸ ਹੈ ਐਲੀਟਰੇਸ਼ਨ। ਐਲੀਟਰੇਸ਼ਨ ਕੀ ਹੁੰਦੀ ਹੈ? ਦ ਰੈਪੀਟੀਸ਼ਨ ਆਫ ਕੌਨਸੋਨੈਂਟ ਸਾਊਂਡ ਦੈਟ ਇਜ਼ ਇਨ ਦਾ ਸਟਾਰਟਿੰਗ ਆਫ 2 or more words। ਜਦ ਰੈਪੀਟੀਸ਼ਨ ਹੋ ਰਹੀ ਹੋਵੇ ਨਾ ਕੌਨਸੋਨੈਂਟ ਸਾਊਂਡਸ ਦੀ, ਕਲੀਅਰ, ਜੋ ਕਿ ਸਟਾਰਟਿੰਗ ਵਿੱਚ ਹੈ, 1 ਜਾਂ 2 ਵਰਡਸ ਦੀ ਸਟਾਰਟਿੰਗ ਦੇ ਵਿੱਚ ਕੀ ਹੈ ਕੌਨਸੋਨੈਂਟ ਸਾਊਂਡ ਦੀ ਰੈਪੀਟੇਸ਼ਨ ਹੋ ਰਹੀ ਹੋਵੇ, ਉਸ ਨੂੰ ਕੀ ਕਹਿੰਦੇ ਅਸੀਂ ਐਲੀਟਰੇਸ਼ਨ ਕਹਿੰਦੇ ਆ। ਕਲੀਅਰ? ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਕਿ ਐਸ ਸਾਊਂਡ ਕੀ ਹੈ ਰਿਪੀਟ ਹੋ ਰਿਹਾ ਹੈ, ਸੌਫਟ ਫਾਲਿੰਗ ਸ਼ਾਵਰ, ਐਸ ਸਾਊਂਡ ਬੜਾ ਰਿਪੀਟ ਹੋ ਰਿਹਾ ਇਸ ਵਿੱਚ, ਸਟਾਰਟਿੰਗ ਵਿੱਚ ਰਿਪੀਟ ਹੋ ਰਿਹਾ। 2 ਜਾਂ 2 ਤੋਂ ਵੱਧ ਜੋ ਵਰਡਸ ਹਨ ਉਹਨਾਂ ਦੇ ਸਟਾਰਟਿੰਗ ਵਿੱਚ ਇੱਕ ਹੀ ਸੈਂਟੈਂਸ ਵਿੱਚ ਰਿਪੀਟ ਹੋ ਰਿਹਾ ਹੈ, ਤਾਂ ਇਸ ਨੂੰ ਕੀ ਕਹਾਂਗੇ ਅਸੀਂ ਐਲੀਟਰੇਸ਼ਨ। ਕਲੀਅਰ? ਉਸ ਤੋਂ ਅੱਗੇ ਫਿਰ ਐਲੀਟਰੇਸ਼ਨ ਹੋਰ ਕਿੱਥੇ ਯੂਜ਼ ਹੋ ਰਿਹਾ ਇਸ ਵਿੱਚ ਸਾਨੂੰ ਦਿਖ ਰਿਹਾ ਹੈ ਟੂ ਟੈਲ, ਕੀ ਹੋ ਰਿਹਾ ਹੈ ਟੂ ਟੈਲ ਇੱਥੇ ਲਿਖਿਆ ਹੋਇਆ, ਇਹ ਵੀ ਇੱਕ ਐਲੀਟਰੇਸ਼ਨ ਹੀ ਯੂਜ਼ ਹੋ ਰਿਹਾ ਕਿਉਂਕਿ ਟੀ ਸਾਊਂਡ ਸਟਾਰਟ ਹੋ ਰਹੀ ਹੈ। 2 ਵਰਡਸ ਹਨ, ਟੂ ਹੈ, ਟੈਲ ਹੈ, ਉਸ ਵਿੱਚ ਕੀ ਹੈ
ਟੀ ਸਾਊਂਡ ਸਟਾਰਟ ਹੋ ਰਹੀ ਹੈ। ਕਲੀਅਰ? ਤਾਂ ਇਹ ਕੀ ਹੈਗਾ? ਐਲੀਟਰੇਸ਼ਨ। ਉਸ ਤੋਂ ਕੀ ਹੈ, ਸਾਨੂੰ ਮੈਟਾਫੋਰ ਵੀ ਦੇਖਣ ਨੂੰ ਮਿਲ ਰਿਹਾ ਹੈ। ਆਈ ਐਮ ਪੋਇਮ ਆਫ ਦਾ ਅਰਥ। ਜਿਵੇਂ ਪੋਇਮ ਹੈ ਉਸਦੇ ਤਰ੍ਹਾਂ ਕੀ ਹੈ, ਬਾਰਿਸ਼ ਧਰਤੀ ਦੀ ਕਵਿਤਾ ਹੈ। ਕੀ ਕਹਿ ਰਹੀ ਹੈ ਪੋਇਮ? ਉਸੇ ਤਰ੍ਹਾਂ ਕੀ ਹੈ, ਜਿਵੇਂ ਬਾਰਿਸ਼ ਹੈ ਧਰਤੀ ਦੀ ਕਵਿਤਾ ਹੈ, ਉਹ ਬਾਰਿਸ਼ ਨੂੰ ਪੋਇਮ ਨਾਲ ਇੱਥੇ ਕੰਪੇਅਰ ਕੀਤਾ ਗਿਆ ਹੈ। ਕਲੀਅਰ? ਕੀ ਕਿਹਾ ਉਸਨੇ? ਆਈ ਐਮ ਪੋਇਮ ਆਫ ਦਾ ਅਰਥ। ਜਿਸ ਤਰ੍ਹਾਂ ਕਿਵੇਂ ਵੀ ਪੋਇਮ ਹੁੰਦੀ ਹੈ, ਇੱਕ ਪੋਇਟ ਲਿਖਦਾ ਹੈ ਪੋਇਮ ਨੂੰ, ਪੋਇਮ ਹੁੰਦੀ ਹੈ, ਉਸੇ ਤਰ੍ਹਾਂ ਹੀ ਕੀ ਹੈ, ਜੋ ਬਾਰਿਸ਼ ਹੈ ਉਹ ਕੀ ਹੈ, ਧਰਤੀ ਦੀ ਕਵਿਤਾ ਹੈ। ਉਹ ਆਪਣੇ ਆਪ ਨੂੰ ਕੀ ਕਹਿ ਰਹੀ ਹੈ ਕਿ ਮੈਂ ਧਰਤੀ ਦੀ ਕਵਿਤਾ ਹਾਂ। ਉਹ ਬਾਰਿਸ਼ ਨੂੰ ਕੀ ਹੈ, ਇਹਦੇ ਵਿੱਚ ਪੋਇਮ ਨਾਲ ਕੰਪੇਅਰ ਕੀਤਾ ਗਿਆ ਹੈ। ਕਲੀਅਰ? ਬਾਰਿਸ਼ ਨੂੰ ਕਿਸ ਨਾਲ ਕੰਪੇਅਰ ਕੀਤਾ ਗਿਆ? ਪੋਇਮ ਨਾਲ ਕੰਪੇਅਰ ਕੀਤਾ ਗਿਆ। ਤਾਂ ਇਸ ਨੂੰ ਅਸੀਂ ਕੀ ਕਹਿ ਦਿਆਂਗੇ? ਜਦ ਇੱਕ ਚੀਜ਼ ਦੀ ਤੁਲਨਾ ਅਸੀਂ ਕਿਸੇ ਦੂਸਰੀ ਚੀਜ਼ ਨਾਲ ਕਰਦੇ ਹਾਂ ਤਾਂ ਮੈਟਾਫੋਰ ਅਸੀਂ ਕਵਾਂਗੇ। ਕਲੀਅਰ? ਉਸ ਤੋਂ ਅੱਗੇ ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲਾਂ ਕੌਨਸੋਨੈਂਸ ਯੂਜ਼ ਹੋਇਆ ਹੈ ਜਦ ਕਿਸੇ ਵੀ ਲਾਈਨ ਵਿੱਚ ਕੌਨਸੋਨੈਂਟ ਸਾਊਂਡ ਬਹੁਤ ਜ਼ਿਆਦਾ ਆ ਰਹੀ ਹੋਵੇ। ਜਿਵੇਂ ਤੁਸੀਂ ਇੱਥੇ ਫਸਟ ਲਾਈਨ ਵਿੱਚ ਕੀ ਦੇਖ ਰਹੇ ਹੋ, ਡੀ ਸਾਊਂਡ ਬਹੁਤ ਹੀ ਪ੍ਰੋਮੀਨੈਂਟ ਹੈ। ਡੀਸੈਂਟ ਲਿਖਿਆ ਹੋਇਆ ਹੈ, ਡਰਾਊਟ ਲਿਖਿਆ ਹੋਇਆ ਹੈ। ਕਲੀਅਰ? ਡੀ ਸਾਊਂਡ ਬਹੁਤ ਪ੍ਰੋਮੀਨੈਂਟ ਹੈ, ਇਸ ਵਿੱਚ ਕਾਫੀ ਹੈ। ਉਸ ਤੋਂ ਬਾਅਦ ਡਸਟ ਲੇਅਰਸ ਫਸਟ ਲਾਈਨ ਵਿੱਚ ਵੀ ਅਸੀਂ ਦੇਖੀਏ ਤਾਂ ਡੀਸੈਂਟ, ਡਰਾਊਟ, ਤਾਂ ਇਹ ਕੀ ਹੈ, ਡੀ ਸਾਊਂਡ ਕਾਫੀ ਪ੍ਰੋਮੀਨੈਂਟ ਹੈ। ਤਾਂ ਇਸ ਨੂੰ ਅਸੀਂ ਕੀ ਕਵਾਂਗੇ? ਕੌਨਸੋਨੈਂਸ ਕਵਾਂਗੇ। ਜਦ ਕੌਨਸੋਨੈਂਟ ਸਾਊਂਡ ਹੈ ਕੀ ਹੈ, ਵੀ ਜ਼ਿਆਦਾ ਰਿਪੀਟ ਹੋ ਰਹੀ ਹੋਵੇ, ਜ਼ਿਆਦਾ ਪ੍ਰੋਮੀਨੈਂਟ ਹੋਵੇ, ਤਾਂ ਕੌਨਸੋਨੈਂਟ ਇਹ ਸਾਊਂਡ ਅਸੀਂ ਕਵਾਂਗੇ, ਕੌਨਸੋਨੈਂਸ ਕਵਾਂਗੇ। ਸੈਕਿੰਡ ਲਾਈਨ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਕਿ ਦੈਟ, ਦੈਮ, ਇਹ ਕਾਫੀ ਯੂਜ਼ ਕੀਤਾ ਗਿਆ ਹੈ। ਦੈਟ ਹੈ, ਦੈਮ ਹੈ। ਕਲੀਅਰ? ਤਾਂ ਇਹਦੇ ਵਿੱਚ ਕੀ ਹੈ, ਟੀ ਸਾਊਂਡ ਕਾਫੀ ਦ ਸਾਊਂਡ ਅਸੀਂ ਕਹਿ ਸਕਦੇ ਹਾਂ, ਦ ਸਾਊਂਡ, ਦੈਟ, ਦੈਮ। ਵਿਦਆਊਟ ਦੇ ਵਿੱਚ ਵੀ ਦ ਸਾਊਂਡ ਆ ਰਿਹਾ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਜਦ ਦ ਸਾਊਂਡ ਕਾਫੀ ਪ੍ਰੋਮੀਨੈਂਟ ਹੈ, ਸੋ ਦਿਸ ਇਜ਼ ਆਲਸੋ ਕੌਨਸੋਨੈਂਸ। ਉਸ ਤੋਂ ਅੱਗੇ ਕੀ ਹੈ, then there is anaphora when two or more lines start with same sound। ਹੁਣ ਤੁਸੀਂ ਇੱਥੇ ਕੀ ਦੇਖ ਰਹੇ ਹੋ ਕਿ ਜਦ ਦੋ ਤੋਂ ਜ਼ਿਆਦਾ ਲਾਈਨਾਂ ਕਾਹਦੇ ਨਾਲ ਸਟਾਰਟ ਹੋਣ, ਸੇਮ ਸਾਊਂਡ ਦੇ ਨਾਲ ਸਟਾਰਟ ਹੋ ਰਹੀਆਂ ਹੋਣ। ਕਲੀਅਰ? ਇੱਥੇ ਕੀ ਦੇਖ ਰਹੇ ਹੋ ਤੁਸੀਂ? ਐਂਡ, ਕਲੀਅਰ? ਇਹ ਲਿਖਿਆ ਹੋਇਆ ਤੇ ਦੋ ਜਾਂ ਦੋ ਤੋਂ ਜ਼ਿਆਦਾ ਲਾਈਨਾਂ ਕੀ ਹੈ, ਇੱਕ ਸੇਮ ਸਾਊਂਡ ਦੇ ਵਿੱਚ ਸਟਾਰਟ ਹੋ ਰਹੀਆਂ ਹੋਣ, ਤਾਂ ਉਸਨੂੰ ਅਸੀਂ ਕੀ ਕਹਿੰਦੇ ਹਾਂ? ਐਨਾਫੋਰਾ ਕਹਿ ਦਿੰਦੇ ਹਾਂ। ਕਲੀਅਰ? ਇਹ ਦੇਖੋ ਇੱਥੇ ਐਂਡ ਲਿਖਿਆ ਹੋਇਆ ਸੀ, ਇਹ ਐਂਡ ਤੋਂ ਸਟਾਰਟ ਹੋ ਰਹੀ ਹੈ ਲਾਈਨ, ਅੱਗੇ ਦੋ ਲਾਈਨਾਂ ਹੋਰ ਐਂਡ ਤੋਂ ਸਟਾਰਟ ਹੋ ਰਹੀਆਂ, ਤਾਂ ਇਸ ਨੂੰ ਅਸੀਂ ਐਨਾਫੋਰਾ ਕਹਾਂਗੇ। ਉਸ ਤੋਂ ਅੱਗੇ ਹੋਰ ਅਸੀਂ ਪੋਇਟਿਕ ਡਿਵਾਈਸਿਸ ਇੱਥੇ ਦੇਖਦੇ ਹਾਂ। ਜਿਵੇਂ ਲਾਸਟ ਲਾਈਨ ਦੇ ਵਿੱਚ ਤੁਹਾਨੂੰ ਫੇਰ ਕੀ ਦੇਖਣ ਨੂੰ ਮਿਲਦਾ ਹੈ, ਆਰ ਸਾਊਂਡ ਕਾਫੀ ਪ੍ਰੋਮੀਨੈਂਟ ਹੈ। ਜਿਵੇਂ ਰੈਕਡ ਲਿਖਿਆ ਹੋਇਆ ਹੈ, ਅਨਰੈਕਡ ਲਿਖਿਆ ਹੋਇਆ ਹੈ, ਆਰ ਸਾਊਂਡ ਕਾਫੀ ਪ੍ਰੋਮੀਨੈਂਟ ਹੈ ਲਾਸਟ ਲਾਈਨ ਦੇ ਵਿੱਚ। ਰਿਟਰਨਸ ਵੀ ਲਿਖਿਆ ਹੋਇਆ ਹੈ। ਕਲੀਅਰ? ਆਰ ਸਾਊਂਡ ਕਾਫੀ ਪ੍ਰੋਮੀਨੈਂਟ ਹੈ, ਤਾਂ ਇਸ ਨੂੰ ਵੀ ਅਸੀਂ ਕੀ ਕਵਾਂਗੇ? ਕੌਨਸੋਨੈਂਸ ਕਵਾਂਗੇ। ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ, ਇਹ ਪੋਇਮ ਜੋ ਹੈ ਫ੍ਰੀ ਵਰਸ ਵਿੱਚ ਲਿਖੀ ਗਈ ਹੈ। ਲਾਸਟ ਦੇ ਵਰਡਸ ਵਿੱਚ ਕੋਈ ਵੀ ਰਾਈਮਿੰਗ ਨਹੀਂ ਹੈ ਇਸ ਪੋਇਮ ਵਿੱਚ ਨਾ। ਕਿਤੇ ਵੀ ਅਸੀਂ ਪਿੱਛੇ ਵੀ ਦੇਖਦੇ ਹਾਂ, ਜਿੰਨੀਆਂ ਵੀ ਲਾਈਨਾਂ ਹਨ, ਕਿਸੇ ਦੇ ਵਿੱਚ ਇੱਥੇ ਰਾਈਮਿੰਗ ਨਹੀਂ ਦਿੱਤੀ ਹੋਈ। ਕਲੀਅਰ? ਆਵਾਜ਼ ਕੀ ਹੈ, ਜੋ ਸਾਊਂਡ ਹੈ ਉਹ ਰਾਈਮ ਨਹੀਂ ਕਰ ਰਹੀ, ਜੋ ਆਮ ਪੋਇਮ ਦੇ ਵਿੱਚ ਅਸੀਂ ਦੇਖਣ ਨੂੰ ਸਾਨੂੰ ਮਿਲਦੀ ਹੈ। ਤਾਂ ਇਹ ਕੀ ਹੈ, ਇਸ ਨੂੰ ਅਸੀਂ ਫ੍ਰੀ ਵਰਸ ਪੋਇਮ ਕਹਿ ਦਿੰਦੇ ਹਾਂ। ਕਲੀਅਰ? ਓਕੇ ਸਟੂਡੈਂਟਸ, ਨਾਓ ਵੀ ਵਿਲ ਐਂਡ ਦਿਸ ਪੋਮ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਇਫ ਯੂ ਲਾਈਕ ਇਟ, please press the like button, share it with your friends, and if you have not subscribed the channel, then please subscribe it. Thanks.